ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡਾਉਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ। ਫਿਰ ਬਾਬਾ ਗਿਆ ਬਗਦਾਦਨੋ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਆ ਜਹਾਨਾ। ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਵੇਖੈ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਪੁੱਛਿਆ ਫਿਰ ਕੈ ਦਸਤਗੀਰ, ਕੌਣ ਫਕੀਰ ਕਿਸ ਕਾ ਘਰਿਹਾਨਾ। ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ। ਧਰਤ ਆਕਾਸ ਚਹੂੰ ਦਿਸ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ ਪਾਤਸ਼ਾਹ, ਚਵਰ ਛਤਰ ਤਖਤ ਦੇ ਮਾਲਕ, ਨਿਮਾਣਿਆਂ ਦੇ ਮਾਣ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਦੀਨ ਦਿਆਲੂ ਕਿਰਪਾਲੂ ਸਾਹਿਬ ਦੀ ਕਿਰਪਾ ਦੇ ਸਦਕਾ ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੀ ਜੋ ਲੜੀਵਾਰ ਕਥਾ ਗੁਰੂ ਆਸੀਸ ਆਪ ਸੰਗਤ ਦੀ ਆਸੀਸ ਨਾਲ ਪ੍ਰਾਰੰਭ ਹੋਈ ਹੈ। ਪਹਿਲੀ ਵਾਰ ਦੀਆਂ ਪਾਵਨ 34 ਪੌੜੀਆਂ ਹੁਣ ਤੱਕ ਆਪਾਂ ਸਰਵਣ ਕੀਤੀਆਂ ਨੇ। 35ਵੀਂ ਪੌੜੀ ਪਾਠ ਰੂਪ ਅੰਦਰ ਆਪਾਂ ਸਰਵਣ ਕੀਤੀ ਹੈ। ਸੋ ਆਓ ਅੱਜ ਦੀ ਇਸ ਪਾਵਨ ਵਾਰ ਇਸ ਪੌੜੀ ਦੀ ਕਥਾ ਪ੍ਰਾਰੰਭ ਕਰੀਏ। ਅਰਦਾਸ ਕਰੋ ਮਾਲਕ ਜੀ ਸਮਤ ਸੋਝੀ ਦਿਓ, ਆਪਣੇ ਪਿਆਰੇ ਸੇਵਕ ਦੀ ਇਸ ਪਾਵਨ ਰਚਨਾ ਦੀ ਵਿਚਾਰ ਕਰਨ ਦੀ ਆਪ ਸਮਰੱਥਾ ਬਖਸ਼ਿਸ਼ ਕਰਿਓ। ਜਿਤਨੇ ਆਪ ਜੀ ਸਰਵਣ ਕਰ ਰਹੇ ਹੋ, ਪਿਆਰ ਸਹਿਤ ਉਚਾਰਨ ਕਰਦੇ ਆ ਇੱਕ ਦਫਾ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਸੋ ਇਸ ਪਾਵਨ 35ਵੀਂ ਪੌੜੀ ਦੇ ਅੰਦਰ ਭਾਈ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਦਾ ਬਗਦਾਦ ਦੀ ਫੇਰੀ, ਬਗਦਾਦ ਦਾ ਗਮਨ, ਬਗਦਾਦ ਦੇ ਪੀਰਾਂ ਨਾਲ ਹੋਇਆ ਸੰਵਾਦ, ਉਸ ਪਾਵਨ ਧਰਤੀ ਦੇ ਉੱਤੇ ਗੁਰੂ ਨਾਨਕ ਦੇ ਜੋ ਕੌਤਕ, ਜੋ ਖੇਡਾਂ ਨੇ, ਉਹਨਾਂ ਦਾ ਜ਼ਿਕਰ ਕਰ ਰਹੇ ਨੇ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਿਰ ਚੜ੍ਹਿਆ ਸੋਧਨ ਧਰਤ ਲੋਕਾਈ ਦੇ ਸਿਰਲੇਖ ਹੇਠ ਤੁਰਦਿਆਂ, ਜਗਤ ਜਲੰਦੇ ਦਾ ਉਧਾਰ ਕਰਦਿਆਂ ਹੋਇਆਂ ਬੇਅੰਤ ਤੀਰਥਾਂ, ਬੇਅੰਤ ਧਰਮ ਅਸਥਾਨਾਂ, ਸਾਧੂਆਂ, ਕਾਜੀਆਂ, ਮੁਲਾਨਿਆਂ, ਪੰਡਤਾਂ ਨੂੰ ਤਾਰਿਆ। ਮੇਰੇ ਗਰੀਬ ਨਵਾਜ ਪਾਤਸ਼ਾਹ ਬਗਦਾਦ ਦੀ ਧਰਤੀ ਤੇ ਜਦੋਂ ਗਏ ਨੇ, ਜੋ ਉੱਥੇ ਦ੍ਰਿਸ਼ ਵਾਪਰਿਆ, ਜੋ ਘਟਨਾ ਹੋਈ, ਜ਼ਿਕਰ ਕਰਦੇ ਫਿਰ ਬਾਬਾ ਗਿਆ ਬਗਦਾਦ ਨੂੰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਬਗਦਾਦ ਦੀ ਧਰਤੀ ਤੇ ਜਿਸ ਦਿਨ ਗਏ ਨੇ, ਬਾਹਰ ਜਾਏ ਕੀਆ ਅਸਥਾਨਾ। ਹਜ਼ੂਰ ਦਾਤਾਰ ਪਾਤਸ਼ਾਹ ਜੀ ਨੇ ਬਾਹਰ ਜਾ ਕਰ ਕੇ ਨਗਰ ਦੇ ਬਾਹਰ, ਨਗਰ ਦੇ ਦੂਰੀ ਤੇ ਜਿੱਥੇ ਨਗਰ ਦੇ ਵਿੱਚ ਪ੍ਰਵੇਸ਼ ਨਹੀਂ ਕੀਤਾ, ਅਸਥਾਨਾ ਕਰ ਲਿਆ ਹੈ, ਭਾਵ ਡੇਰਾ ਕਰ ਲਿਆ, ਟਿਕਾਣਾ ਕਰ ਲਿਆ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਅਕਾਲ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਤੇ ਦੂਸਰਾ ਗੁਰੂ ਨਾਨਕ ਦਾ ਰਬਾਬੀ ਜੋ ਭਾਈ ਹੈ, ਭਾਈ ਮਰਦਾਨਾ, ਜਿਹਨੂੰ ਗੁਰੂ ਨਾਨਕ ਗੁਰੂ ਬਾਬਾ ਜੀ ਭਾਈ ਸ਼ਬਦ ਕਹਿ ਕੇ ਸੰਬੋਧਨ ਕਰਦੇ, ਇਹ ਮੇਰਾ ਭਰਾ ਹੈ। ਸੋ ਗੁਰੂ ਨਾਨਕ ਦੇ ਭਾਈ, ਗੁਰੂ ਨਾਨਕ ਦੇ ਭਰਾਤਾ
ਤੇ ਬੜੇ ਪਿਆਰੇ ਅਨਿਨ ਸੇਵਕ ਅੱਠੇ ਪੈਰ ਗੁਰੂ ਕੀ ਸੇਵਾ 'ਚ ਹਾਜ਼ਰ ਰਹਿਣ ਵਾਲੇ, ਗੁਰੂ ਨੂੰ ਕਰਤਾਰ ਰੂਪ ਕਰਕੇ ਜਾਣਨ ਵਾਲੇ, ਇੰਨੀ ਸ਼ਰਧਾ ਭਾਵਨਾ ਨਾਲ ਭਿੱਜੇ ਹੋਏ ਹਿਰਦੇ ਦੇ ਮਾਲਕ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਰਬਾਬੀ ਨਾਲ ਹਨ। ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੁਆ ਜਹਾਨਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਹਰ ਬੈਠਿਆਂ ਨੇ ਨਿਵਾਜ ਕਰ। ਨਿਮਾਜ਼ ਦਾ ਅਰਥ ਇੱਥੇ ਨਿਵਾਜ ਹੈ, ਇਹਦਾ ਅਰਥ ਨਮਾਜ਼ ਨਹੀਂ ਕਰਨਾ। ਨਮਾਜ਼ ਦਾ ਅਰਥ ਹੁੰਦਾ ਜਿਹੜੀ ਨਮਾਜ਼ ਮੁਸਲਮਾਨ ਪੜ੍ਹਦੇ ਨੇ, ਇੱਥੇ ਨਿਵਾਜ ਹੈ। ਇਹਦਾ ਭਾਵ ਅਰਥ ਇਹ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਉਸ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਕੀਤੀ, ਉਸ ਤੋਂ ਬਾਅਦ ਫਿਰ ਬਾਂਗ, ਸਤਨਾਮ ਦੀ ਬਾਂਗ ਦਿੱਤੀ ਹੈ। ਜਿਸ ਤਰ੍ਹਾਂ ਇੱਕ ਕਾਜੀ ਜਾਂ ਮੁੱਲਾ ਮੁਸਲਮਾਨ ਅੱਲਾਹੂ ਦੀ ਬਾਂਗ ਦਿੰਦਾ ਹੈ, ਅੱਲਾਹੂ ਅਕਬਰ ਕਹਿੰਦਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸਤਨਾਮ ਇਸ ਤਰ੍ਹਾਂ ਉੱਚੀ ਬਾਂਗ ਦਿੱਤੀ ਹੈ। ਜਾਂ ਹੋਰ ਵੀ ਕਈ ਅਲੱਗ-ਅਲੱਗ ਸ਼ਬਦ ਜਿਹੜੇ ਸਨ, ਸਤ ਕਰਤਾਰ ਵੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ। ਸੋ ਮੇਰੇ ਸਾਹਿਬ ਜੀ ਨੇ ਜਦੋਂ ਬੰਦਗੀ ਕਰਨ ਉਪਰੰਤ ਬਾਂਗ ਦਿੱਤੀ, ਸੁਨ ਸਮਾਨ ਹੁਆ ਜਹਾਨਾ, ਉਹ ਸਾਰਾ ਜਹਾਨਾ, ਉਹ ਸਾਰਾ ਨਗਰ ਜਿਹੜਾ ਸੀ, ਉਹ ਬਗਦਾਦ ਨਗਰੀ ਜਿਹੜੀ ਸੁਨ ਸਮਾਨ ਹੋ ਗਈ। ਉੱਚੀ ਸਾਰੀ ਬਾਂਗ ਦਿੱਤੀ ਗੁਰੂ ਨਾਨਕ ਪਾਤਸ਼ਾਹ ਨੇ, ਜਿਹਦੇ ਵੀ ਕੰਨਾਂ ਵਿੱਚ ਪਈ ਸਾਰੇ ਪਾਸੇ ਚੁੱਪ ਹੋ ਗਈ, ਸਾਰੇ ਪਾਸੇ ਸਨਾਟਾ ਛਾ ਗਿਆ ਹੈ। ਸੁਨ ਮੁਨ ਨਗਰੀ ਭਈ, ਦੇਖ ਪੀਰ ਪਿਆ ਹੈਰਾਨਾ। ਜਦੋਂ ਇਸ ਤਰ੍ਹਾਂ ਸਾਰੀ ਨਗਰੀ ਜਿਹੜੀ ਚੁੱਪਚਾਪ ਹੋ ਗਈ, ਬਗਦਾਦ ਨਗਰੀ ਸੁੰਨ ਮੁੰਨ ਹੋ ਗਈ। ਭਾਵ ਗੁਰੂ ਨਾਨਕ ਦੇ ਇਲਾਹੀ ਬੋਲ ਜਦੋਂ ਕੰਨਾਂ ਵਿੱਚ ਪਏ, ਸੁਣਨ ਵਾਲੇ ਮੰਤਰ ਮੁਗਧ ਹੋ ਗਏ, ਉਹਨਾਂ ਦੀਆਂ ਸੁਰਤਾਂ ਜੁੜ ਗਈਆਂ, ਉਹਨਾਂ ਦੀਆਂ ਬਿਰਤੀਆਂ ਟਿਕ ਗਈਆਂ। ਹੁਣ ਬਗਦਾਦ ਦਾ ਸਭ ਤੋਂ ਵੱਡਾ ਪੀਰ ਦਸਤਗੀਰ ਜਿਹੜਾ ਹੈ, ਉਹ ਵੀ ਜਦੋਂ ਬਾਂਗ ਦਿੰਦਾ ਸੀ ਲੋਕ ਸੁਣਦੇ ਸਨ, ਪਰ ਇੰਨੀ ਤਵੱਜੋ ਨਹੀਂ ਸੀ ਦਿੰਦੇ। ਅੱਜ ਗੁਰੂ ਨਾਨਕ ਨੇ ਜਦੋਂ ਸਤਨਾਮ ਦਾ ਹੋਕਾ ਦਿੱਤਾ ਤਾਂ ਸਾਰੇ ਲੋਕ ਜਿਹੜੇ ਨੇ ਸਮਾਧੀਆਂ ਲਾ ਕੇ ਬਹਿ ਗਏ। ਜਦੋਂ ਪੀਰ ਨੇ ਇਹ ਦ੍ਰਿਸ਼ ਤੱਕਿਆ ਹੈ ਕਿ ਕੀ ਹੋਇਆ ਇਹਨਾਂ ਨਗਰ ਦੇ ਲੋਕਾਂ ਨੂੰ, ਬਿਲਕੁਲ ਹੀ ਸ਼ਾਂਤੀ ਵਰਤ ਗਈ ਸਾਰੇ ਪਾਸੇ, ਐਸੀ ਕੀ ਘਟਨਾ ਹੋਈ, ਦੇਖ ਕਰਕੇ ਪੀਰ ਜਿਹੜਾ ਬੜਾ ਹੈਰਾਨ ਹੋਇਆ। ਵੇਖੈ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਫਿਰ ਧਿਆਨ ਲਗਾ ਕੇ ਵੇਖਦਾ ਹੈ, ਭਾਵ ਪੀਰ ਦਸਤਗੀਰ ਆਪਣੇ ਚੇਲਿਆਂ ਨੂੰ ਪੁੱਛਦਾ ਹੈ, ਜਦ ਧਿਆਨ ਲਾ ਕੇ ਦੇਖਦਾ ਹੈ ਵੀ ਇਹ ਕੀ ਕਾਰਨ ਹੈ, ਇਹ ਲੋਕ ਜਿਹੜੇ ਇੰਨੇ ਸ਼ਾਂਤ, ਇੰਨੇ ਚੁੱਪ ਕਿਉਂ ਹੋ ਗਏ ਨੇ। ਜਦੋਂ ਧਿਆਨ ਲਾ ਕੇ ਦੇਖਿਆ ਉਸ ਫਕੀਰ ਨੇ ਤਾਂ ਕੀ ਦੇਖਦਾ, ਇੱਕ ਫਕੀਰ ਵੱਡਾ ਮਸਤਾਨਾ, ਭਾਵ ਇੱਕ ਬੇਪਰਵਾਹ, ਖੁਦਾ ਦੀ ਖਾਹਿਸ਼ ਰੱਖਣ ਵਾਲਾ, ਖੁਦਾ ਤੋਂ ਬਾਅਦ ਹੋਰ ਕਿਸੇ ਦੀ ਖਾਹਿਸ਼ ਨਾ ਰੱਖਣ ਵਾਲਾ ਇੱਕ ਬੇਪਰਵਾਹ ਮਸਤਾਨਾ ਵੱਡਾ ਫਕੀਰ ਜਿਹੜਾ ਹੈ, ਉਹ ਇਸ ਨਗਰੀ ਦੇ ਵਿੱਚ ਆਇਆ ਹੈ। ਭਾਵ ਨੂੰ ਪਤਾ ਲੱਗ ਗਿਆ ਕੋਈ ਐਸਾ ਫਕੀਰ ਆਇਆ ਜਿਸ ਦੀ ਬਾਂਗ ਵਿੱਚ ਮੇਰੀ ਦਿੱਤੀ ਹੋਈ ਬਾਂਗ ਤੋਂ ਵੱਧ ਬਲ ਹੈ, ਜਿਸ ਦੇ ਵਿੱਚ ਵੱਡੀ ਕਲਾ ਹੈ। ਤਾਂ ਹੀ ਤੇ ਸਾਰੀ ਨਗਰੀ ਜਿਹੜੀ ਉਹਦੇ ਵੱਲ ਖਿੱਚੀ ਗਈ, ਮੇਰੇ ਵੱਲ ਕੋਈ ਆਇਆ ਨਹੀਂ। ਕਾਰਨ ਇਹ ਹੈ ਕਿਉਂਕਿ ਉਹਦੇ ਅੰਦਰ ਅਸਲ ਦੇ ਵਿੱਚ ਜੀਵਨ ਦੀ ਘਾਟ ਹੋਏਗੀ। ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਜੀਵਨ ਹੈ ਖੁਦ ਖੁਦਾ ਰੂਪ ਹਨ। ਇਸ ਕਰਕੇ ਗੁਰੂ ਨਾਨਕ ਦੇ ਨਿਕਲੇ ਹੋਏ ਬੋਲਾਂ ਨੇ ਪੰਛੀਆਂ, ਜੰਗਲ ਦੇ ਜੀਵ, ਜਾਂ ਇੰਝ ਕਹਿ ਦਈਏ ਜੋ ਵੀ ਚੇਤਨ ਅਵਸਥਾ ਦਾ ਮਾਲਕ ਸੀ, ਉਹਨੂੰ ਐਨ ਸੁੰਨ ਕਰਕੇ ਰੱਖ ਦਿੱਤਾ। ਸੋ ਪੀਰ ਦਸਤਗੀਰ ਨੇ ਧਿਆਨ ਲਗਾ ਕੇ ਦੇਖਿਆ ਹੈ, ਇੱਕ ਵੱਡਾ ਫਕੀਰ ਆਇਆ ਇਸ ਨਗਰੀ ਵਿੱਚ, ਜਿਹੜਾ ਖੁਦਾ ਤੋਂ ਬਿਨਾਂ ਕਿਸੇ ਹੋਰ ਦਾ ਉਪਾਸ਼ਕ ਨਹੀਂ ਤੇ ਕਿਸੇ ਪ੍ਰਕਾਰ ਦੀ ਕੋਈ ਖੁਆਹਿਸ਼ ਜਿਹੜੀ ਉਹ ਨਹੀਂ ਰੱਖਦਾ ਹੈ। ਫਿਰ ਆਉਂਦਾ ਹੈ ਦਸਤਗੀਰ, ਆਉਂਦੇ ਸਾਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਦਾ ਹੈ, ਕੀ ਕਹਿੰਦਾ ਹੈ, ਪੁੱਛਿਆ ਫਿਰ ਕਹਿ ਦਸਤਗੀਰ, ਕੌਣ ਫਕੀਰ ਕਿਸ ਕਾ ਕਰਿਆ ਨਾਮ। ਫਿਰ ਦਸਤਗੀਰ ਆ ਕੇ ਪੁੱਛਦਾ ਹੈ, ਤੂੰ ਕੌਣ ਫਕੀਰ ਹੈ, ਭਾਵ ਤੇਰਾ ਨਾਮ ਕੀ ਹੈ, ਤੂੰ ਕਿਹੜਾ ਫਕੀਰ ਹੈ, ਕਿੱਥੋਂ ਆਇਆ। ਕਿਸ ਕਾ ਕਰਿਹਾਨਾ, ਕਰਿਹਾਨਾ ਦਾ ਅਰਥ ਹੁੰਦਾ ਭੇਖ ਦੇਣਾ। ਜਿਵੇਂ ਤੈਨੂੰ ਕਿੰਨੇ ਭੇਖ ਦਿੱਤਾ ਹੈ, ਕਰਿਹਾਨਾ ਭਾਵ ਇੱਕ ਤਾਂ ਤੇਰਾ ਗੁਰੂ ਕੌਣ ਹੈ, ਦੂਜਾ ਜਿਵੇਂ ਸਿੱਖ ਧਰਮ ਦੇ ਵਿੱਚ ਵੀ ਆਪਾਂ ਕਹਿੰਦੇ ਫਲਾਣੀ ਸੰਪਰਦਾ ਨਾਲ ਜੁੜਿਆ, ਫਲਾਣੀ ਸੰਪਰਦਾ ਨਾਲ ਜੁੜਿਆ, ਪਰ ਗੁਰੂ ਨਾਨਕ ਦੇ ਪੰਥ ਅੰਦਰ ਕੋਈ ਕਿਸੇ ਵੀ ਸੰਪਰਦਾ ਤੋਂ
ਸਿੱਖਿਆ ਪ੍ਰਾਪਤ ਕਰੇ, ਉਹਨਾਂ ਦੇ ਅਸੂਲਾਂ ਮੁਤਾਬਕ ਚੱਲੇ, ਪਰ ਉਹਦਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੁੰਦਾ ਹੈ। ਪਰ ਦੂਸਰੇ ਧਰਮਾਂ ਦੇ ਵਿੱਚ ਐਸਾ ਨਹੀਂ ਹੁੰਦਾ। ਉਹ ਜਿਸ ਸੰਪਰਦਾ ਨਾਲ ਜੁੜੇ ਹੁੰਦੇ ਨੇ, ਉਸ ਸੰਪਰਦਾ ਦਾ ਮੁਖੀ ਉਹ ਗੁਰੂ ਹੁੰਦਾ ਉਹਨਾਂ ਦਾ। ਉਹੀ ਉਹਨੂੰ ਭੇਖ ਦਿੰਦਾ, ਉਹੀ ਉਹਨੂੰ ਕੱਪੜੇ ਦਿੰਦਾ, ਉਹੀ ਉਹਦੇ ਜੀਵਨ ਦੀ ਅਗਵਾਈ ਕਰਦਾ। ਸੋ ਇਸੇ ਲੜੀ ਦੇ ਤਹਿਤ ਹੀ ਪੀਰ ਦਸਤਗੀਰ ਪੁੱਛਦਾ, ਤੇਰਾ ਘਰਿਹਾਨਾ ਕੀ ਹੈ? ਭਾਵ ਕੌਣ ਹੈ ਜਿਸ ਨੇ ਤੈਨੂੰ ਇਹ ਵਸਤਰ ਦਿੱਤੇ ਨੇ? ਦੂਸਰਾ, ਤੂੰ ਸੁੰਨੀ ਹੈ, ਸ਼ੀਆ ਹੈ, ਕਿਹਨਾਂ ਦੇ ਨਾਲ ਸੰਬੰਧ ਰੱਖਦਾ? ਇਸਲਾਮ ਦੇ ਕਿਸ ਖਿੱਤੇ, ਕਿਸ ਫਿਰਕੇ ਨਾਲ ਸੰਬੰਧ ਰੱਖਦੇ ਹੋ? ਸੋ ਤੁਹਾਡਾ ਘਰਿਹਾਨਾ ਕੀ ਹੈ ਜਿਹਨੇ ਤੁਹਾਨੂੰ ਭੇਖ ਦਿੱਤਾ ਹੈ? ਤਾਂ ਭਾਈ ਮਰਦਾਨਾ ਜੀ ਕੋਲ ਬੈਠੇ ਬੜੇ ਪਿਆਰ ਨਾਲ ਦਸਤਗੀਰ ਨੂੰ ਜਵਾਬ ਦਿੰਦਿਆਂ ਕਹਿਣ ਲੱਗੇ, ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ। ਕਿ ਇਹੀ ਨਾਨਕ ਕਲਯੁਗ ਦੇ ਅੰਦਰ ਖੁਦ ਅਵਤਾਰ ਹੋ ਕੇ ਆਏ, ਇਹ ਰੱਬ ਦੇ ਭੇਖ ਦਾ ਫਕੀਰ ਹੈ। ਤੇ ਇਹਨੇ ਅਕਾਲ ਪੁਰਖ ਪਰਮੇਸ਼ਰ ਨੂੰ ਇੱਕ ਕਰਕੇ ਪਹਿਚਾਨ ਲਿਆ। ਰੱਬ ਫਕੀਰ ਇੱਕੋ ਪਹਿਚਾਨਾ, ਭਾਵ ਇਹ ਫਕੀਰ ਪਰਮੇਸ਼ਰ ਦੇ ਘਰ ਦਾ ਫਕੀਰ ਹੈ, ਦੁਨਿਆਵੀ ਤੌਰ ਤੇ ਕਿਸੇ ਦੀ ਫਕੀਰੀ ਨਹੀਂ ਕਰਦਾ। ਤੇ ਇਹਨੇ ਆਪਣੇ ਅੰਦਰ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਇੱਕ ਕਰਕੇ ਪਹਿਚਾਨ ਲਿਆ ਤੇ ਨਾਨਕ ਕਲ ਵਿੱਚ ਆਇਆ। ਇਸ ਕਲਯੁਗ ਦੇ ਵਿੱਚ ਇੰਜ ਸਮਝ ਲਾ ਦਸਤਗੀਰ ਕਿ ਉਹ ਖੁਦਾ ਜਿਹੜਾ ਹੈ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਇਸ ਕਲਯੁਗ ਦੇ ਭਿਆਨਕ ਸਮੇਂ ਅੰਦਰ ਜੀਵਾਂ ਦਾ ਉਧਾਰ ਕਰਨ ਹਿਤ ਆਇਆ। ਧਰਤ ਆਕਾਸ਼ ਚਹੁੰਦਿਸ ਜਾਨਾ, ਧਰਤੀ ਆਕਾਸ਼ ਚਾਰੇ ਦਿਸ਼ਾਵਾਂ ਦੇ ਵਿੱਚ ਪੂਰਬ ਪੱਛਮ ਉੱਤਰ ਦੱਖਣ ਸਾਰੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਾਣਿਆ ਜਾਂਦਾ ਹੈ। ਸਾਰੀ ਸ੍ਰਿਸ਼ਟੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੀ ਪਈ ਹੈ। ਸੋ ਭਾਵ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਬਗਦਾਦ ਦੀ ਧਰਤੀ ਤੇ ਇੱਕ ਅਜਿਹੀ ਕਲਾ ਵਰਤਾ ਦਿੱਤੀ, ਜਦੋਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਤਨਾਮ ਕਰਤਾ ਪੁਰਖ ਉੱਚੀ ਆਵਾਜ਼ ਦਿੱਤੀ, ਉੱਚੀ ਹੋਕਾ ਦਿੱਤਾ ਹੈ, ਤਾਂ ਸਾਰੇ ਨਗਰ ਦੇ ਹਜ਼ਾਰਾਂ ਸਰੋਤੇ ਜਿਹੜੇ ਨੇ ਉਹ ਵਿਦੇ ਮੁਕਤ ਹੋ ਗਏ। ਇੱਕ ਅਕਾਲ ਪੁਰਖ ਪਰਮੇਸ਼ਰ ਦੇ ਅੰਦਰ ਉਹਨਾਂ ਦੀ ਅਫੁਰ ਸਮਾਧੀ ਲੱਗ ਗਈ। ਅਫੁਰ ਜਿੱਥੇ ਫੁਰਨਾ ਤੱਕ ਨਾ ਆਵੇ, ਉਹ ਅਫੁਰ ਸਮਾਧੀ ਜਦੋਂ ਉਹਨਾਂ ਦੀ ਲੱਗ ਗਈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉਹਨਾਂ ਦੇ ਉੱਤੇ ਰਹਿਮਤ ਵਰਤਾਈ। ਇੱਧਰ ਪੀਰ ਨੇ ਜਦੋਂ ਦੇਖਿਆ ਸੀ ਤੇ ਬੜਾ ਹੈਰਾਨ ਹੋ ਕਰਕੇ ਹਾਲ ਦੇਖ ਕੇ ਬੋਲਿਆ, ਉਹ ਇਹ ਬਾਂਗ ਜਿਹੜੀ ਆਖਰ ਆਈ ਕਿੱਧਰੋਂ ਹੈ? ਕਿਉਂਕਿ ਕੰਨਾਂ 'ਚ ਤਾਂ ਉਹਦੇ ਵੀ ਪਈ, ਜੇ ਆਮ ਲੋਕਾਂ ਦੇ ਕੰਨਾਂ 'ਚ ਬੋਲ ਪਏ ਉਹਦੇ ਵੀ ਕੰਨਾਂ 'ਚ ਪਏ। ਸੋ ਜਦੋਂ ਧਿਆਨ ਲਾ ਕੇ ਦੇਖਦਾ ਵੀ ਇਹ ਬਾਂਗ ਅਸਲ ਵਿੱਚ ਆਈ ਕਿੱਧਰੋਂ ਹੈ, ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਉਂਦਾ ਹੈ। ਉਹ ਇੱਕ ਉਹਦੀ ਖਾਸੀਅਤ ਸੀ, ਉਹਨੇ ਇਸ ਗੱਲ ਨੂੰ ਕਬੂਲ ਕਰ ਲਿਆ। ਪੀਰ ਦਸਤਗੀਰ ਨੇ ਉਹ ਕਬੂਲ ਇਹੀ, ਉਹਨੇ ਬਿਲਕੁਲ ਇਹ ਸੱਚ ਕਿਹਾ ਕਿ ਇਹ ਬਾਣੀ ਜਿਹੜੀ ਹੈ ਇਹਦੇ ਵਿੱਚ ਅਮਲ ਹੈ। ਬਾਂਗ ਮੈਂ ਵੀ ਦੇਣਾ, ਪਰ ਮੇਰੇ ਬੋਲ, ਮੇਰੀ ਬਾਣੀ, ਮੇਰੀ ਆਵਾਜ਼ ਜਿਹੜੀ ਬੇਅਮਲ ਹੁੰਦੀ ਹੈ, ਕਿਸੇ ਤੇ ਕੋਈ ਅਮਲ ਨਹੀਂ ਕਰਦੀ। ਕਮਾਈ ਵਾਲਾ ਸੰਤ ਵੀ ਕਥਾ ਕਰਦਾ ਹੈ ਤੇ ਸਾਡੇ ਵਰਗਾ ਅਗਿਆਨੀ ਵੀ ਕਥਾ ਕਰਦਾ ਹੈ, ਬੜਾ ਵੱਡਾ ਫਰਕ ਹੁੰਦਾ ਹੈ। ਕਮਾਈ ਵਾਲਾ 2 ਸ਼ਬਦ ਸਟੇਜ ਤੇ ਬੋਲ ਕੇ ਜਾਂਦਾ ਹੈ ਤੇ ਦੁਨੀਆ ਜਿਹੜੀ ਉਹਨਾਂ ਨੂੰ ਕਮਾਉਣ ਤੁਰ ਪੈਂਦੀ। ਅਸੀਂ ਘੰਟਿਆਂ ਬੱਧੀ ਵੀ ਲੈਕਚਰ ਕਰੀਏ ਤੇ ਕੋਈ ਅਸਰ ਨਹੀਂ ਪੈਂਦਾ ਕਈ ਵਾਰ। ਸੋ ਇਸ ਕਰਕੇ ਉਹਨੇ ਇੱਕ ਗੱਲ ਜਿਹੜੀ ਸੀ ਉਹ ਅਸਲ 'ਚ ਅੰਦਰੋਂ ਮੰਨ ਲਈ ਕਿ ਮੇਰੇ ਜੀਵਨ ਦੇ ਵਿੱਚ ਉਹ ਬਲ ਨਹੀਂ ਹੈ, ਕਿਉਂਕਿ ਜਿਸ ਦੀ ਆਪਣੀ ਕਮਾਈ ਹੋਏਗੀ ਉਹੀ ਕਿਸੇ ਦਾ ਉਧਾਰ ਕਰੇਗਾ। ਸੋ ਇੰਜ ਪੀਰ ਦਸਤਗੀਰ ਗੁਰੂ ਨਾਨਕ ਪਾਤਸ਼ਾਹ ਕੋਲ ਆ ਕੇ ਆਪਣਾ ਆਪਾ ਜਿਹੜਾ ਸੀ ਉਹਨੂੰ ਨਿਰਵਾਣ ਕਰਕੇ ਫਿਰ ਪੁੱਛਦਾ ਹੈ ਕਿ ਤੂੰ ਕੌਣ ਫਕੀਰ ਹੈ। ਸੋ ਇਸ ਤੋਂ ਅੱਗੇ ਕੁਝ ਵਿਚਾਰ ਚਰਚਾ ਜਿਹੜੀ ਸੀ ਉਹ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਪ੍ਰਾਰੰਭ ਹੁੰਦੀ ਹੈ। 36ਵੀਂ ਪਾਵਨ ਪੌੜੀ ਵਿੱਚ ਜ਼ਿਕਰ ਕਰਦੇ ਨੇ, ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ। ਤਕਰਾਰ ਕਰਕੇ ਭਾਵ ਕਿ ਕੁਝ ਝਗੜਾ ਕਰਕੇ, ਕੁਝ ਵਿਚਾਰ ਵਟਾਂਦਰਾ ਕਰਕੇ ਪੀਰ ਦਸਤਗੀਰ ਜਿਹੜਾ ਉਹਨੇ ਕੁਝ ਵਿਚਾਰਾਂ ਦੇ ਦੁਆਰਾ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ। ਬੜੇ ਉਹਨੇ ਸਵਾਲ ਜਵਾਬ ਕੀਤੇ। ਫਿਰ ਜਦੋਂ ਉਹਨੂੰ ਸਮਝ ਆ ਗਈ ਇਹ ਫਕੀਰ ਵੱਡਾ ਅਤਾਈ, ਭਾਵ ਕਿ ਇਹ ਫਕੀਰ ਜਿਹੜਾ ਬਹੁਤ ਸ਼ਕਤੀਵਾਨ ਹੈ, ਮੈਂ ਤਾਂ ਇਹਦੇ ਸਾਹਮਣੇ ਕੁਝ ਵੀ ਨਹੀਂ, ਮੈਂ ਜੋ ਸਵਾਲ ਕਰ ਰਿਹਾ ਤੇ ਸਵਾਲ ਹੀ ਕੋਈ ਬਹੁਤ ਵੱਡੇ ਨਹੀਂ ਹਨ, ਇਹ ਤੇ ਇੱਕ ਛਿਨ ਦੇ ਵਿੱਚ ਉਹਨਾਂ ਦਾ ਜਵਾਬ ਦੇ ਰਿਹਾ ਹੈ। ਸੋ ਸਮਝ ਆ ਗਈ ਕਿ ਇਹ ਫਕੀਰ ਮੇਰੇ ਤੋਂ ਬਹੁਤ ਵੱਡੀ ਸ਼ਕਤੀ ਦਾ ਮਾਲਕ ਹੈ। ਫਿਰ ਕਹਿੰਦਾ, ਇੱਥੇ ਵਿੱਚ ਬਗਦਾਦ ਦੇ
ਵੱਡੀ ਕਰਾਮਾਤ ਦਿਖਲਾਈ। ਇੱਥੇ ਬਗਦਾਦ ਦੀ ਧਰਤੀ ਤੇ ਆ ਕੇ ਬਹੁਤ ਵੱਡੀ ਕਲਾ ਜਿਹੜੀ ਸੀ ਇਸ ਫਕੀਰ ਨੇ ਵਰਤਾਈ ਹੈ, ਸ਼ਕਤੀ ਜਿਹੜੀ ਆਪਣੀ ਦੱਸੀ ਹੈ। ਇਹ ਦਸਤਗੀਰ ਆਪਣੇ ਮਨ ਦੇ ਨਾਲ ਵਿਚਾਰ ਕਰ ਰਿਹਾ ਕਿ ਜਿਸ ਸਾਧੂ ਫਕੀਰ ਦੇ ਕੋਲ ਹੁਣ ਮੈਂ ਇਸ ਵਕਤ ਬੈਠਾ, ਇਹ ਕੋਈ ਆਮ ਫਕੀਰ ਨਹੀਂ, ਇਹ ਬਹੁਤ ਮਹਾਨ ਸ਼ਕਤੀ ਦਾ ਮਾਲਕ ਹੈ ਤੇ ਇੱਥੇ ਬਗਦਾਦ ਦੇ ਵਿੱਚ ਆ ਕਰਕੇ ਇਹਨੇ ਆਪਣੀ ਕਲਾ ਜਿਹੜੀ ਉਹ ਵਰਤਾ ਦਿੱਤੀ ਹੈ। ਸੋ ਜਦੋਂ ਇਸ ਤਰ੍ਹਾਂ ਉਹਨੂੰ ਸਮਝ ਆਈ, ਫਿਰ ਭਾਈ ਸਾਹਿਬ ਜ਼ਿਕਰ ਕਰਦੇ ਪਾਤਾਲਾ ਪਾਤਾਲ ਲਖ ਓੜਕ ਭਾਲੀ ਖਬਰ ਸੁਣਾਈ। ਫਿਰ ਆਖਦਾ ਹੈ ਕਿ ਇਹ ਫਕੀਰ, ਇਹ ਬਾਬਾ, ਤੁਸੀਂ ਜੋ ਗਾ ਰਹੇ ਸੀ, ਕਈ ਕੁਛ ਤੁਸੀਂ ਗਾਇਆ ਹੈ ਜਿਹਦੇ 'ਚ ਕੁਝ ਸਾਨੂੰ ਸਮਝ ਪਿਆ ਹੈ, ਕੁਝ ਨਹੀਂ ਪਿਆ, ਪਰ ਇੰਨੀ ਕੁ ਸਮਝ ਆਈ ਕਿ ਤੁਸੀਂ ਪਤਾਲਾਂ ਤੇ ਆਕਾਸ਼ ਜਿਹੜੇ ਸਨ, ਇਹਨਾਂ ਦੀ ਖਬਰ ਜਿਹੜੀ ਹੈ ਬੜੀ ਅਚਰਜਤਾ ਵਾਲੀ ਸੁਣਾਈ ਹੈ। ਤੁਸੀਂ ਅਚਰਜਤਾ ਵਾਲੀ ਕੀ? ਕਿਉਂਕਿ ਹੁਣ ਤੱਕ ਅਸੀਂ ਜੋ ਸੁਣਦੇ ਆਏ ਹਾਂ, ਕੋਈ ਕਹਿੰਦਾ ਸੀ ਧਰਤੀ ਆਕਾਸ਼ ਤੇ ਪਤਾਲ ਤਿੰਨ ਹੀ ਹਨ। ਸਾਨੂੰ ਇਹ ਸਿਖਾਇਆ ਗਿਆ ਪੜ੍ਹਾਉਣ ਲੱਗਿਆਂ, ਉਹ ਦੱਸਦਾ ਹੈ ਦਸਤਗੀਰ, ਸਾਨੂੰ ਜੋ ਸਿੱਖਿਆ ਦਿੱਤੀ ਗਈ 7 ਪਤਾਲ ਤੇ 7 ਆਕਾਸ਼ ਹਨ। ਪਰ ਤੁਸੀਂ ਆ ਜਿਹੜੀ ਅੱਜ ਗੱਲ ਕੀਤੀ ਹੈ, ਇਹ ਤਾਂ ਇਸਨੇ ਬਹੁਤ ਅਚਰਜਤਾ ਨਾਲ ਭਰੀ ਹੋਈ ਗੱਲ ਜਿਹੜੀ ਸੀ ਉਹ ਕੀਤੀ ਹੈ। ਸੋ ਇਸ ਤਰ੍ਹਾਂ ਖੈਰ ਪਹਿਲਾਂ ਮਨ ਵਿੱਚ ਸੋਚ ਰਿਹਾ ਵੀ ਇਹ ਫਕੀਰ ਕਿਸ ਤਰ੍ਹਾਂ ਦੀਆਂ ਬਾਤਾਂ ਕਰ ਰਿਹਾ ਹੈ, ਅਚਰਜ ਗੱਲ ਕਰ ਰਿਹਾ ਹੈ, ਇੰਨੇ ਲੋਕ ਸੁਣਦੇ ਪਏ ਨੇ ਤੇ ਮੈਂ ਤੇ ਅੱਜ ਤੱਕ ਇਸ ਨਗਰ ਦੇ ਲੋਕਾਂ ਨੂੰ ਇਹ ਸਿਖਾਉਂਦਾ ਰਿਹਾ 7 ਪਤਾਲ 7 ਆਕਾਸ਼ ਨੇ, ਪਰ ਇਹ ਫਕੀਰ ਅੱਜ ਵੱਖਰੀ ਗੱਲ ਕਰੀ ਜਾ ਰਿਹਾ। ਸੋ ਹਿੰਮਤ ਕਰਕੇ ਫੇਰ ਦੁਹਰਾਇਣ ਦਸਤਗੀਰ, ਅਸਾਂ ਪੇ ਵੇਖਾਂ ਜੇ ਤੁਹੇ ਪਾਈ। ਸੋ ਕਹਿੰਦਾ ਹੈ ਕਿ ਓੜਕ ਭਾਲੀ ਖਬਰ ਸੁਣਾਈ, ਤੁਸੀਂ ਆ ਲੱਖਾਂ ਤੇ ਲੱਖਾਂ ਪਤਾਲ ਜਿਹੜੇ ਨੇ, ਇਹ ਖਬਰ ਜਿਹੜੀ ਹੈ ਇਹ ਕਿਵੇਂ ਸੁਣਾਈ ਹੈ, ਕੀ ਤੁਸੀਂ ਦੱਸਿਆ ਹੈ। ਗੁਰੂ ਨਾਨਕ ਪਾਤਸ਼ਾਹ ਬੜੇ ਪਿਆਰ ਨਾਲ ਸਮਝਾਇਆ, ਭਾਈ ਇਹ ਦ੍ਰਿਸ਼ਟੀ ਹੈ। ਹੁਣ ਆਮ ਮਨੁੱਖ ਦੀ ਜਿੱਥੋਂ ਤੱਕ ਦ੍ਰਿਸ਼ਟੀ ਜਾਏਗੀ ਉੱਥੋਂ ਤੱਕ ਵੇਖੇਗਾ, ਜਿਸ ਦੀ ਜਿੰਨੀ ਸਮਝ ਹੋਏਗੀ ਓਡੀ ਗੱਲ ਕਰ ਦੇਗਾ। ਜਦ ਦੇਖਣ ਦੀ ਗੱਲ ਕਰਾਂ, ਸਭ ਕਹਿੰਦੇ ਜਿਹਨੂੰ 3 ਦਿਸੇ ਉਹਨੇ 3 ਕਹਿ ਦਿੱਤਾ, ਜਿਹਨੂੰ 7 ਦਿਸੇ ਉਹਨੇ 7 ਕਹਿ ਦਿੱਤਾ। ਇਹ ਤਾਂ ਦੇਖਣ ਦੀ ਗੱਲ ਹੈ, ਤਿੰਨਾਂ ਵਾਲੇ ਨੂੰ 7 ਵਾਲਾ ਝੂਠਾ ਨਹੀਂ ਕਹਿ ਸਕਦਾ। ਸੋ ਜਿਹਨੇ 7 ਵੇਖੇ ਉਹਨੇ 7 ਹੀ ਦੱਸੇ, ਅਸੀਂ ਲੱਖਾਂ ਵੇਖੇ ਨੇ ਅਸੀਂ ਲੱਖਾਂ ਕਹਿ ਦਿੱਤੇ। ਪਾਤਾਲਾਂ ਪਾਤਾਲ ਲੱਖ ਆਗਾਸਾ ਆਗਾਸ, ਸਭ ਕਹਿੰਦੇ ਅਸੀਂ ਲੱਖਾਂ ਵੇਖੇ ਨੇ, ਇਸ ਕਰਕੇ ਅਸੀਂ ਕਿਵੇਂ ਕਹੀਏ ਕਿ 7 ਹੀ ਆ ਜਾਂ 3 ਹੀ ਨੇ। ਤਾਂ ਪੀਰ ਦਸਤਗੀਰ ਬੜਾ ਹੈਰਾਨ ਹੋ ਕਰਕੇ ਫਿਰ ਦੁਹਰਾ ਕੇ ਬੋਲਿਆ, ਜਿਹੜੀ ਤੁਸੀਂ ਇਹ ਸ਼ਕਤੀ ਪਾਈ ਹੈ, ਫਿਰ ਦੁਹਰਾਇਣ ਦਸਤਗੀਰ, ਅਸਾਂ ਪੇ ਵੇਖਾਂ ਜੋ ਤੁਹੇ ਪਾਈ। ਦਸਤਗੀਰ ਲੋਕਾਂ ਦਾ ਹੱਥ ਫੜਨ ਵਾਲਾ ਉਹ ਫਕੀਰ ਦਸਤਗੀਰ ਜੀ ਦਾ ਅਰਥ ਹੈ। ਉਹ ਕਹਿੰਦਾ ਅਸਾਂ ਵੀ ਦੇਖਾਂ, ਸਾਨੂੰ ਵੀ ਦਿਖਾ, ਜੇ ਤੈਨੂੰ ਕੁਛ ਦਿਸਿਆ ਹੈ। ਤੁਸੀਂ ਕਹਿ ਰਹੇ ਹੋ ਕਿ ਜਿਹੜਾ ਜਿੰਨਾ ਦੇਖਦਾ ਓਨਾ ਜ਼ਿਕਰ ਕਰ ਦਿੰਦਾ, ਜੇ ਤੁਹਾਨੂੰ 7 ਤੋਂ ਪਰੇ ਕੁਛ ਦਿਸਿਆ ਤਾਂ ਫਿਰ ਸਾਨੂੰ ਵੀ ਦਿਖਾਓ, ਸਾਡਾ ਸ਼ੰਕਾ ਨਿਵਰਤ ਹੋਵੇ, ਸਾਨੂੰ ਤਸੱਲੀ ਹੋਵੇ ਕਿ ਤੁਸੀਂ ਜੋ ਬੋਲ ਰਹੇ ਹੋ ਬਿਲਕੁਲ ਸਹੀ ਬੋਲ ਰਹੇ ਹੋ। ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕੀ ਕੀਤਾ, ਨਾਲ ਲੀਤਾ ਬੇਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪੀਰ ਦਾ ਬੇਟਾ ਜਿਹੜਾ ਸੀ ਉਹਨੂੰ ਨਾਲ ਲਿਆ ਤੇ ਨਾਲ ਲੈ ਕੇ ਅੱਖੀਂ ਮੀਟ ਗਿਆ ਹਵਾਈ। ਹਵਾਈ ਦਾ ਅਰਥ ਹੁੰਦਾ ਆਕਾਸ਼। ਗੁਰੂ ਨਾਨਕ ਪਾਤਸ਼ਾਹ ਜੀ ਇੱਕ ਛਿਣ ਦੇ ਵਿੱਚ ਜਿਵੇਂ ਨੇਤਰ ਬੰਦ ਕਰਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਆਕਾਸ਼ਾਂ ਦੇ ਵਿੱਚ ਤੁਰ ਜਾਂਦੇ ਹਨ, ਭਾਵ ਆਕਾਸ਼ ਵੱਲ ਪਹੁੰਚਦੇ ਹਨ, ਆਕਾਸ਼ ਵੱਲ ਨੂੰ ਚਲੇ ਜਾਂਦੇ ਹਨ। ਲੱਖ ਆਕਾਸ ਪਤਾਲ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਇੱਕ ਅੱਖ ਫੁਰਕ, ਇੱਕ ਅੱਖ ਦੇ ਫੁਰਕਣ ਦੇ ਸਮੇਂ ਦੇ ਵਿੱਚ ਹੀ, ਹੁਣ ਅੱਖ ਫੁਰਕਦਿਆਂ ਕਿੰਨਾ ਕੁ ਸਮਾਂ ਲਾਉਂਦੀ, ਕਿਤੇ ਆਪਾਂ ਸਾਰਿਆਂ ਦੀਆਂ ਅੱਖਾਂ ਫੁਰਕਦੀਆਂ ਨੇ ਸਾਰਾ ਦਿਨ, ਇਹ ਅੱਖਾਂ ਦੀਆਂ ਪਲਕਾਂ ਜਿਹੜੀਆਂ ਸਾਰਾ ਦਿਨ ਹੀ ਝਪਕਦੇ ਆ, ਕਿੰਨਾ ਕੁ ਸਮਾਂ ਲੱਗਦਾ, ਕਿਤੇ ਸਾਡੀ ਪਕੜ ਤੋਂ ਵੀ ਪਰੇ ਹੈ। ਇੰਨੇ ਕੁ ਸਮੇਂ ਦੇ ਅੰਦਰ ਗੁਰੂ ਬਾਬਾ ਗੁਰੂ ਨਾਨਕ ਪਾਤਸ਼ਾਹ ਨੇ ਪੀਰ ਦਸਤਗੀਰ ਦੇ ਪੁੱਤਰ ਨੂੰ ਸਾਰਾ ਪਤਾਲ ਲੱਖਾਂ ਆਕਾਸ਼ ਜਿਹੜੇ ਨੇ ਉਹ ਵਿਖਾ ਦਿੱਤੇ ਨੇ, ਉਹਨੂੰ ਪ੍ਰਤੱਖ ਕਰਕੇ ਉਹਦੀ ਨਜ਼ਰ ਦੇ ਵਿੱਚ ਆਏ ਹਨ। ਫਿਰ ਦੁਨੀਆ 'ਤੇ ਵਾਪਿਸ ਆਉਣਾ ਹੈ, ਪੀਰ ਦਸਤਗੀਰ ਕੋਲ ਵਾਪਿਸ ਆਉਣਾ ਹੈ, ਉਹਨੂੰ ਯਕੀਨ ਹੋਵੇ ਕਿ ਜੋ ਮੇਰੇ ਪੁੱਤਰ ਨੂੰ ਦਿਖਾਇਆ ਗਿਆ ਉਹ ਸੱਚ ਹੈ।
ਉਹਦੇ ਯਕੀਨ ਨੂੰ ਪੱਕਾ ਕਰਨ ਵਾਸਤੇ, ਉਹਦੀ ਤਸੱਲੀ ਕਰਾਉਣ ਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਪੀਰ ਦਸਤਗੀਰ ਦੇ ਪੁੱਤਰ ਨੂੰ ਹੁਕਮ ਕੀਤਾ। ਹੁਕਮ ਉਹਨੇ ਹੱਥ ਜੋੜੇ ਨੇ, ਹੱਥ ਬੁੱਕ ਬਣਾਇਆ ਹੈ ਦੋਨੋਂ ਹੱਥ ਜੋੜ ਕੇ। ਗੁਰੂ ਨਾਨਕ ਪਾਤਸ਼ਾਹ ਨੇ ਕੀ ਕੀਤਾ, ਭਰ ਕਚਕੌਲ ਪ੍ਰਸ਼ਾਦ ਦਾ, ਧੁਰੋਂ ਪਤਾਲੋਂ ਲਈ ਕੜਾਹੀ। ਗੁਰੂ ਨਾਨਕ ਪਾਤਸ਼ਾਹ ਨੇ ਕਚਕੌਲ ਭਰ ਕੇ, ਭਾਵ ਇੱਕ ਚਿੱਪੀ ਜਿਹੜੀ ਸੀ, ਜਿਹੜੀ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਸੀ, ਹੋਰ ਵੀ ਅੱਜ ਸਾਧੂ ਵੀ ਚਿੱਪੀ ਪਕੜਦੇ ਨੇ, ਸੋ ਇਸ ਤਰ੍ਹਾਂ ਕਚਕੌਲ ਚਿੱਪੀ ਭਰ ਕੇ ਜਿਹੜੀ ਸੀ ਕੜਾਹ ਪ੍ਰਸ਼ਾਦ ਦਾ ਜੋ ਪ੍ਰਸ਼ਾਦ ਸੀ, ਉਹ ਪਾਤਾਲ ਤੇ ਆਕਾਸ਼, ਇਹਨਾਂ ਸਾਰੀਆਂ ਜਗ੍ਹਾ ਦਾ ਕੁਝ ਹਿੱਸਾ ਜਿਹੜਾ ਹੈ, ਕੁਝ ਛੋਟੇ ਹਿੱਸੇ ਦੇ ਵਿੱਚ ਇਹ ਪ੍ਰਸ਼ਾਦ ਜਿਹੜਾ ਇਹਨਾਂ ਥਾਵਾਂ ਤੋਂ ਲੈ ਲਿਆ, ਤਾਂ ਕਿ ਉਹਨਾਂ ਨੂੰ ਯਕੀਨ ਹੋਵੇ ਅਸੀਂ ਜਿੱਥੇ ਗਏ ਹਾਂ। ਜਿਵੇਂ ਆਪਾਂ ਕਈ ਵਾਰ ਕਿਤੇ ਜਾਈਏ ਤੇ ਜੇ ਅਗਲੇ ਨੂੰ ਦੱਸੀਏ ਮੈਂ ਫਲਾਣੇ ਮੁਲਕ ਫਲਾਣੇ ਸ਼ਹਿਰ ਗਿਆ, ਅਗਲਾ ਯਕੀਨ ਨਾ ਕਰੇ, ਆਪਾਂ ਕਹਿੰਦੇ ਲੈ ਫਿਰ ਮੈਂ ਤੈਨੂੰ ਉੱਥੋਂ ਜਿਹੜੀ ਚੀਜ਼ ਲੈ ਕੇ ਆਇਆ ਮੈਂ ਉਹ ਦਿਖਾਉਣਾ। ਜਾਂ ਅੱਜ ਤਾਂ ਚਲੋ ਜ਼ਮਾਨਾ ਇਸ ਤਰ੍ਹਾਂ ਦਾ, ਆਪਾਂ ਹੋਰ ਕੁਛ ਨਾ ਹੋਵੇ ਤੇ ਆਪਾਂ ਕਹਿੰਦੇ ਲੈ ਮੈਂ ਤੈਨੂੰ ਉੱਥੋਂ ਦੀਆਂ ਫੋਟੋਆਂ ਦਿਖਾ ਦੇਣਾ, ਤਸਵੀਰਾਂ ਦਿਖਾਉਣਾ, ਇਮੇਜਸ ਦਿਖਾ ਦੇਣਾ, ਫਿਰ ਤੈਨੂੰ ਯਕੀਨ ਆ ਜਾਏਗਾ। ਸੋ ਯਕੀਨ ਕਰਨਾ ਬੜਾ ਮੁਸ਼ਕਲ ਹੈ ਅੱਜ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੀਰ ਦਸਤਗੀਰ ਦੇ ਬੇਟੇ ਦੇ ਹੱਥਾਂ ਤੇ ਪ੍ਰਸ਼ਾਦ ਵੀ ਰੱਖਿਆ ਤੇ ਇੱਕ ਕਚਕੌਲ ਜਿਹੜਾ ਸੀ ਨਾਲ, ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਰ ਲਿਆ ਹੈ। ਜਾ ਹਰ ਕਲਾ ਨਾ ਛਪੈ ਛਪਾਈ, ਇਹ ਪ੍ਰਤੱਖ, ਇਹ ਜ਼ਾਹਰੀ ਕਲਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੀ, ਜਿਹੜੀ ਛੁਪਾਇਆਂ ਵੀ ਕਦੀ ਛਪਦੀ ਨਹੀਂ ਹੈ। ਭਾਵ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਤੇ ਗੁਰੂ ਨਾਨਕ ਬਾਬਾ ਗੁਰੂ ਜਦੋਂ ਪ੍ਰਗਟੇ ਨੇ ਤਾਂ ਇਸ ਤਰ੍ਹਾਂ ਪ੍ਰਗਟੇ ਨੇ, ਜਿਹਨੂੰ ਕੱਲ ਵੀ ਆਪਾਂ ਵਾਰਾਂ ਅੰਦਰ ਜ਼ਿਕਰ ਪੜਿਆ ਸੀ, ਚੜਿਆ ਚੰਦ ਨਾ ਲੁਕਈ, ਕੱਢ ਕੋ ਨਾਲੀ ਜੋਤ ਛਪਾਈ। ਸੋ ਜਿਵੇਂ ਚੜਿਆ ਹੋਇਆ ਚੰਦਰਮਾ ਜਿਹੜਾ ਉਹ ਲੁਕਾਉਣਾ ਮੁਸ਼ਕਲ ਹੈ, ਜਾਂ ਫਿਰ ਜਿਵੇਂ ਸੂਰਜ ਦੀ ਉਦਾਹਰਣ ਦਿੱਤੀ ਸੀ ਭਾਈ ਸਾਹਿਬ ਜੀ ਨੇ, ਛਪੇ ਨਹਿ ਛਪਾਇਆ, ਚੜਿਆ ਸੂਰਜ ਜਗ ਰੋਸ਼ਨਾਈ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਜਾਹਰ ਕਲਾ ਨਾ ਛਪੈ ਛਪਾਈ, ਗੁਰੂ ਨਾਨਕ ਪਾਤਸ਼ਾਹ ਦੀ ਕਲਾ ਜਾਹਰ, ਜਾਹਰ ਦਾ ਅਰਥ ਪ੍ਰਗਟ ਹੈ। ਉਸ ਦਿਨ ਵੀ ਪ੍ਰਗਟ ਸੀ, ਅੱਜ ਵੀ ਪ੍ਰਗਟ ਹੈ, ਜੁਗਾਂ ਪ੍ਰਯੁਗਾਂ ਤੱਕ, ਜਿੰਨਾ ਚਿਰ ਤੱਕ ਗੁਰੂ ਨਾਨਕ ਦੀ ਇਹ ਸਾਜੀ ਹੋਈ ਸ੍ਰਿਸ਼ਟੀ ਰਹੇਗੀ, ਉਹਨਾਂ ਚਿਰ ਤੱਕ ਗੁਰੂ ਨਾਨਕ ਦੀ ਇਹ ਜ਼ਾਹਰ ਕਲਾ ਜਿਹੜੀ ਹੈ ਇਹ ਵਰਤਦੀ ਰਹੇਗੀ। ਸੋ ਇਸ ਤਰ੍ਹਾਂ ਇਸ ਪਾਵਨ 36ਵੀਂ ਪੌੜੀ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਨੇ ਇਹ ਬਹੁਤ ਵੱਡਾ ਬ੍ਰਹਿਮੰਡ ਰਚਿਆ ਹੈ। ਬਗਦਾਦ ਗਏ, ਪੀਰਾਂ ਦੇ ਨਾਲ ਕੁਝ ਵਿਚਾਰ ਵਟਾਂਦਰਾ ਹੋਇਆ ਤੇ ਗੁਰੂ ਨਾਨਕ ਨੇ ਇਹ ਸਮਝਾਇਆ, ਉਸ ਕਰਤੇ ਨੇ ਬਹੁਤ ਵੱਡਾ ਇਹ ਬ੍ਰਹਿਮੰਡ ਰਚਿਆ, ਐਵੇਂ ਸੱਤਾਂ ਪਤਾਲਾਂ ਤੇ ਸੱਤਾਂ ਆਕਾਸ਼ਾਂ ਤੱਕ ਸੀਮਿਤ ਨਾ ਰਹਿ ਜਿਓ, ਜਾਂ ਧਰਤੀ ਆਕਾਸ਼ ਪਤਾਲ ਤਿੰਨ ਲੋਕਾਂ ਤੱਕ ਸੀਮਿਤ ਨਾ ਰਹਿ ਜਿਓ। ਉਹਨੇ ਬਹੁਤ ਕੁਛ ਜਿਹੜਾ ਹੈ ਇਸ ਧਰਤੀ ਤੇ ਥਾਪਿਆ, ਉਹ ਦੇਖਣਾ ਕਰੋ। ਨਾਲ ਸਤਿਗੁਰਾਂ ਨੇ ਇਹ ਵੀ ਸਮਝਾਇਆ, ਜਿਵੇਂ ਆਪਾਂ ਪਿਛਲੀਆਂ ਪੌੜੀਆਂ 'ਚ ਵੀ ਸਰਵਣ ਕੀਤਾ ਸੀ, ਕਿ ਇੱਕ ਰੋਮ ਮਹਿ, ਇੱਕ ਰੋਮ ਦੇ ਅੰਦਰ ਉਹਨੇ ਪਰਮਾਤਮਾ ਨੇ ਕਰੋੜਾਂ ਬ੍ਰਹਿਮੰਡ ਜਿਹੜੇ ਨੇ ਉਹ ਸਾਜ ਕੇ ਰੱਖੇ ਹੋਏ ਨੇ। ਹੁਣ ਉਹਦੇ ਰੋਮ ਹੀ ਗਿਣਨੇ ਬੜੇ ਔਖੇ, ਤੇ ਇੱਕ ਰੋਮ ਦੇ ਵਿੱਚ ਉਹਨੇ ਕਰੋੜਾਂ ਬ੍ਰਹਿਮੰਡ ਜਿਹੜੇ ਉਹ ਟਿਕਾਏ ਹੋਏ ਹਨ। ਤਾਂ ਗਰੀਬ ਨਵਾਜ਼ ਸਾਹਿਬ ਜੀ ਨੇ ਇਹ ਸਾਰਾ ਕੁਝ ਜਿਹੜਾ ਸੀ ਉਹ ਪ੍ਰਤੱਖ ਕਰਕੇ, ਭਾਵ ਉਹਦੇ ਪੁੱਤਰ ਨੂੰ ਨਾਲ ਲੈ ਕੇ ਉਹਨੂੰ ਕੜਾਹ ਪ੍ਰਸ਼ਾਦ ਦਾ ਕਚਕੌਲ ਭਰ ਕੇ ਵੀ ਉਹਨੂੰ ਦਿੱਤਾ। ਸੋ ਇਸ ਤਰ੍ਹਾਂ ਮੇਰੇ ਗਰੀਬ ਨਵਾਜ਼ ਸਾਹਿਬ ਜੀ ਨੇ ਦੂਸਰਾ ਭਾਵ ਇਹਦਾ ਇਹ ਵੀ ਹੈ ਕਿ ਜਿਵੇਂ ਉਹ ਬਾਲਕ ਬੜਾ ਨਿਮਰੀ ਭੂਤ ਹੋ ਕੇ ਗੁਰੂ ਨਾਨਕ ਗੁਰੂ ਬਾਬੇ ਨਾਲ ਤੁਰ ਪਿਆ। ਜਦੋਂ ਗੁਰੂ ਨਾਲ ਤੁਰਨਾ ਹੋਵੇ ਤੇ ਬਾਲਕ ਦੀ ਨਿਆਈ ਸ਼ੁੱਧ ਮਨ ਹੋਵੇ, ਤੇਰਾ ਬਾਲਕ ਦਾ ਮਨ ਬੜਾ ਸਾਫ਼ ਹੈ, ਸ਼ੀਸ਼ੇ ਵੱਤ ਹੈ। ਦੂਸਰਾ, ਉਹ ਨਿਮਰੀ ਭੂਤ ਹੈ, ਉਹ ਕਿਸੇ ਤਰ੍ਹਾਂ ਦੀ ਕੋਈ ਜਿੱਦ, ਕੋਈ ਦਾਵਾ ਨਹੀਂ ਕਰਦਾ। ਲੱਖਾਂ ਪਤਾਲਾਂ ਤੇ ਆਕਾਸ਼ਾਂ ਨੂੰ ਵੇਖ ਕੇ ਆ ਗਿਆ, ਫਿਰ ਵੀ ਉਹਨੇ ਕੋਈ ਆਪਣੇ ਅੰਦਰ ਅਹਮ, ਕੋਈ ਹੰਕਾਰ ਨਾ ਪੈਦਾ ਕੀਤਾ। ਸੋ ਇਸ ਤਰ੍ਹਾਂ ਭਾਵ ਸਤਿਗੁਰਾਂ ਦਾ ਇਹ ਸਮਝਾਉਣ ਦਾ ਕਿ ਜਦੋਂ ਗੁਰੂ ਕਿਤੇ ਰਹਿਮਤ ਦੇ ਘਰ ਵਿੱਚ ਆ ਜਾਏ, ਜੀਵ ਨਿਮਰੀ ਭੂਤ ਹੋ ਜਾਏ, ਇਹ ਜ਼ਿੰਦਗੀ ਜਿਹੜੀ ਹੈ ਨਿਰ ਅਭਿਮਾਨ ਹੋ ਜਾਂਦੀ ਹੈ। ਤੇ ਜਦੋਂ ਗੁਰੂ ਨਜ਼ਰ ਪਾਵੇ, ਅਸੀਂ ਨਿਰ ਅਭਿਮਾਨ ਹੋ ਜਾਈਏ, ਅਭਿਮਾਨ ਦੀ ਕੰਧ ਜਿਹੜੀ ਸਾਡੇ ਜੀਵਨ 'ਚੋਂ ਟੁੱਟ ਜਾਏ, ਬਸ ਫਿਰ ਸੱਚਾਈ ਇਹ ਹੈ ਕਿ ਉਹ ਸਾਰੇ ਪਾਸੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੋ ਇਸ ਤਰ੍ਹਾਂ ਗੁਰੂ ਕੇ ਸ਼ਬਦ ਦੀ ਕਮਾਈ ਕਰਨ ਵਾਲੇ ਦਾ ਜਸ ਜਿਹੜਾ ਉਹ ਸਾਰੇ ਪਾਸੇ, ਸਾਰੇ ਨਗਰਾਂ ਦੇ ਅੰਦਰ
ਫੈਲ ਜਾਂਦਾ ਹੈ। ਸੋ ਅੱਗੇ 37ਵੀਂ ਪਾਵਨ ਪੌੜੀ 'ਚ ਫਿਰ ਜ਼ਿਕਰ ਕਰਦੇ ਨੇ, ਗੜ ਬਗਦਾਦ ਨਿਵਾਏ ਕੇ ਮੱਕਾ ਮਦੀਨਾ ਸਭੇ ਨਿਵਾਇਆ। ਫਿਰ ਗੜ ਬਗਦਾਦ ਭਾਵ ਗੜ ਬਗਦਾਦ ਨੂੰ ਜਿੱਤ ਕੇ, ਬਗਦਾਦ ਜੋ ਗੜ ਹੈ ਇਹਨਾਂ ਮੁਸਲਮਾਨਾਂ ਦਾ, ਸੋ ਇਹਨੂੰ ਜਿੱਤ ਕੇ ਮੱਕਾ ਮਦੀਨਾ ਸਾਰੇ ਜਿਹੜੇ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਵੀ ਜਿੱਤੇ ਨੇ। ਪਰ ਇੱਕ ਬੇਨਤੀ ਕਰਾਂ, ਇਸ ਹੁਣ 37ਵੀਂ ਪੌੜੀ ਦੇ ਵਿੱਚ ਬਗਦਾਦ ਦਾ ਜ਼ਿਕਰ ਹੈ, 36ਵੀਂ ਪੌੜੀ ਦੇ ਅੰਦਰ ਵੀ ਬਗਦਾਦ ਦਾ ਜ਼ਿਕਰ ਆਇਆ, ਪਿੱਛੇ ਮੱਕੇ ਮਦੀਨੇ ਦਾ ਜ਼ਿਕਰ ਵੀ ਆਇਆ। ਪਰ ਇਹਨਾਂ ਪੌੜੀਆਂ ਦੇ ਅੰਦਰ ਜਦੋਂ ਅਸੀਂ ਤਰਤੀਬ ਦੇਖਾਂਗੇ ਨਾ, ਜੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਉਦਾਸੀਆਂ ਦੀ ਤਰਤੀਬ ਦੇਖੋ, ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਮੁਤਾਬਕ ਜਾਂ ਹੋਰ ਗ੍ਰੰਥਕਾਰਾਂ ਦੀ, ਜੋ ਗੁਰੂ ਨਾਨਕ ਪਾਤਸ਼ਾਹ ਦਾ ਮੈਪ ਤਿਆਰ ਕੀਤਾ ਉਹਨਾਂ ਨੇ, ਉਸ ਮੈਪ ਉਸ ਤਰਤੀਬ ਦੇ ਹਿਸਾਬ ਦੇ ਨਾਲ 35 ਤੇ 36ਵੀਂ ਪੌੜੀ ਜਿਹੜੀ ਹੈ ਜੋ ਆਪਾਂ ਹੁਣੇ ਸਰਵਣ ਕੀਤੀ, ਇਹ ਪਹਿਲਾਂ ਆਉਣੀ ਚਾਹੀਦੀ ਹੈ। ਪਰ ਇੱਥੇ ਜਿਹੜਾ ਪੌੜੀ ਦਾ ਸਿਰਲੇਖ ਹੈ ਉਹ ਅਸੀਂ ਉਹਨਾਂ ਉਦਾਸੀਆਂ ਦੀ ਤਰ੍ਹਾਂ ਉਸ ਮੈਪ ਦੇ ਵਿੱਚ ਨਹੀਂ ਲਿਆਉਣਾ। ਭਾਵ ਇਹ ਹੈ, ਬਗਦਾਦ ਵਿੱਚ ਗਏ ਤਾਂ ਉੱਥੇ ਕੀ ਵਿਚਾਰ ਹੋਈ ਉਹ ਵਿਚਾਰ ਭਾਈ ਸਾਹਿਬ ਨੇ ਰੱਖੀ, ਮੱਕੇ ਵਿੱਚ ਗਏ ਉੱਥੇ ਜੋ ਵਿਚਾਰ ਹੋਈ ਉਹ ਪੌੜੀਆਂ ਵਿੱਚ ਰੱਖ ਦਿੱਤੀ, ਤੀਰਥਾਂ 'ਤੇ ਗਏ ਉੱਥੇ ਜੋ ਵਿਚਾਰ ਹੋਈ ਉਹ ਰੱਖ ਦਿੱਤੀ। ਸੋ ਐਸਾ ਨਹੀਂ ਕਿ ਜਿੱਧਰ ਨੂੰ ਗੁਰੂ ਨਾਨਕ ਪਾਤਸ਼ਾਹ ਗਏ ਹੂਬਹੂ ਉਸੇ ਤਰ੍ਹਾਂ ਹੀ ਵਿਚਾਰ ਜਿਹੜੀ ਉਹ ਰੱਖੀ ਗਈ ਹੋਵੇ। ਕਈ ਦਫਾ ਮਨ ਦੇ ਵਿੱਚ ਫਿਰ ਸ਼ੰਕਾ ਆ ਜਾਂਦਾ ਹੈ, ਕਿਉਂਕਿ 32, 33 ਤੇ 34ਵੀਂ ਪੌੜੀ ਜਿਹੜੀ ਹੈ ਉਹਨਾਂ ਦੇ ਵਿੱਚ ਜਦੋਂ ਅਸੀਂ ਪੜ੍ਹਾਂਗੇ, ਪਿੱਛੇ ਆਪਾਂ ਪੜ੍ਹ ਕੇ ਆਏ ਹਾਂ, ਤਾਂ ਜਿਹੜਾ ਬਗਦਾਦ ਹੈ, ਬਗਦਾਦ ਦੀ ਦਿਗ ਵਿਜੇ ਹੁੰਦੀ ਹੈ। ਹੁਣ ਇਸ ਪੌੜੀ 'ਚ ਬਗਦਾਦ ਦੀ ਦਿਗ ਵਿਜੇ ਹੋਈ, ਫਿਰ ਉਸ ਹਿਸਾਬ ਨਾਲ ਮੱਕਾ ਮਦੀਨਾ ਵੀ ਗਏ ਹਨ ਗੁਰੂ ਨਾਨਕ ਪਾਤਸ਼ਾਹ। ਤੇ ਸਫ਼ਰ ਦੇ ਹਿਸਾਬ ਦੇ ਨਾਲ ਜੇ ਇਹ ਮੈਪ ਤਿਆਰ ਕੀਤਾ ਜਾਵੇ ਤਾਂ ਫਿਰ ਕੁਝ ਇਲਾਕੇ ਜਿਹੜੇ ਉਹ ਖੁਸ਼ਕੀ ਨੇ, ਕੁਝ ਇਲਾਕੇ ਜਿਹੜੇ ਉਹ ਦਰਿਆਵਾਂ ਸਮੁੰਦਰਾਂ ਦੇ, ਜਿਸ ਤਰ੍ਹਾਂ ਮੱਕੇ ਗਏ ਨੇ ਤਾਂ ਉਹ ਸਮੁੰਦਰਾਂ ਦੇ ਰਸਤੇ ਹਨ। ਸੋ ਇਸ ਤਰ੍ਹਾਂ ਮੈਂ ਬਹੁਤੀ ਲੰਮੀ ਵਿਚਾਰ 'ਚ ਨਾ ਜਾਵਾਂ। ਭਾਵ ਇਹ ਹੈ ਕਿ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਗਏ ਨੇ, ਭਾਈ ਗੁਰਦਾਸ ਜੀ ਨੇ ਉਹਦਾ ਉਸ ਹਿਸਾਬ ਦੇ ਨਾਲ ਜ਼ਿਕਰ ਕੀਤਾ, ਉੱਥੇ ਜੋ ਵਾਰਤਾਲਾਪ ਹੋਈ। ਅਸੀਂ ਇਹ ਨਹੀਂ ਕਹਿਣਾ ਵੀ ਇਹ ਤਰਤੀਬ ਨਹੀਂ ਬਣਦੀ ਜਾਂ ਇੱਦਾਂ ਤਰਤੀਬ ਨਹੀਂ ਬਣਦੀ, ਜੋ ਵਿਚਾਰ ਹੋਈ ਉਹ ਭਾਈ ਸਾਹਿਬ ਨੇ ਸਾਡੇ ਸਾਹਮਣੇ ਇੱਥੇ ਰੱਖ ਦਿੱਤੀ। ਹੁਣ 37ਵੀਂ ਪੌੜੀ ਆਪਾਂ ਸਰਵਣ ਕਰ ਰਹੇ ਹਾਂ। ਜਦੋਂ ਬਗਦਾਦ ਨੂੰ ਨਿਵਾ ਦਿੱਤਾ, ਫਿਰ ਮੱਕਾ ਮਦੀਨਾ ਸਭੇ ਨਿਵਾਇਆ। ਮੱਕਾ ਮਦੀਨਾ ਇਹ ਸਾਰੇ ਸ਼ਹਿਰ ਜਿਹੜੇ ਸੀ ਪਹਿਲਾਂ ਹੀ ਸਤਿਗੁਰਾਂ ਨੇ ਨਿਵਾ ਦਿੱਤੇ, ਜਿੱਤ ਲਏ। ਇਹਨਾਂ ਨੂੰ ਪਹਿਲਾਂ ਹੀ ਨਿਮਰੀ ਭੂਤ ਜਿਹੜਾ ਸੀ ਗੁਰੂ ਨਾਨਕ ਨੇ ਕਰ ਦਿੱਤਾ ਸੀ। ਸੋ ਫਿਰ ਸਫ਼ਰਾਂ 'ਤੇ ਚੱਲਦਿਆਂ ਹੋਇਆਂ ਬਗਦਾਦ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧ 84 ਮੰਡਲੀ ਖਟ ਦਰਸ਼ਨ ਪਾਖੰਡ ਜਿਨਾਇਆ। ਗੁਰੂ ਨਾਨਕ ਦੀ ਸਿੱਧਾਂ ਨਾਲ ਵੀ ਚਰਚਾ ਹੁੰਦੀ ਹੈ। ਸੋ ਇਹਨਾਂ ਸਿੱਧਾਂ ਨੂੰ ਵੀ ਗੁਰੂ ਨਾਨਕ ਨੇ ਜਿੱਤਿਆ ਹੈ। ਫਿਰ ਇਹਨਾਂ ਦਾ ਜਿਹੜਾ ਕੀਤਾ ਜਾਣ ਵਾਲਾ ਪਖੰਡ ਸੀਗਾ, 84 ਸਿੱਧ ਪਖੰਡ ਕਰਦੇ ਪਏ ਸਨ, ਵੱਡੀ ਸਿੱਧ ਮੰਡਲੀ ਬੈਠੀ, ਫਿਰ ਖਟ ਦਰਸ਼ਨ 6 ਭੇਖਾਂ ਦਾ ਸਾਧੂ ਸਮਾਜ, ਖਟ ਦਰਸ਼ਨ ਸਾਧੂ ਸਮਾਜ ਜੋ ਕੁਝ ਕਰ ਰਿਹਾ ਸੀ, ਗੁਰੂ ਨਾਨਕ ਨੇ ਇਹਨਾਂ ਦੇ ਪਾਖੰਡ ਨੂੰ ਜਨਾਇਆ। ਜਨਾਇਆ ਦਾ ਅਰਥ ਹੁੰਦਾ ਹੈ ਜਿੱਤ ਆਇਆ, ਕਿਉਂਕਿ ਜਿਨ ਪਲੱਸ ਆਇਆ ਤਾਂ ਉਹਦਾ ਅਰਥ ਬਣੇਗਾ ਜਿੱਤ ਆਇਆ। ਔਰ ਜਨਾਇਆ ਦਾ ਅਰਥ, ਇੱਕ ਅਸੀਂ ਕਹਿੰਦੇ ਹੁੰਦੇ ਨਾ, ਮੈਂ ਉਹਨੂੰ ਆਪਣਾ ਦੁੱਖ ਜਨਾਇਆ, ਦੱਸਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਨੂੰ ਇਹ ਚੀਜ਼ਾਂ ਨਹੀਂ ਦੱਸੀਆਂ, ਇਹਨਾਂ ਨੂੰ ਜਿੱਤਿਆ ਹੈ। ਭਾਵ ਇਹ ਜੋ ਫੋਕਟ ਧਰਮਾਂ ਕਰਮਾਂ ਦੇ ਅੰਦਰ ਪਏ ਸੀ ਉਹਨਾਂ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ। ਪਾਤਾਲਾਂ ਪਾਤਾਲ ਲਖ ਜੀਤੀ ਧਰਤੀ ਜਗਤ ਸਬਾਇਆ। ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ਾਂ ਦਾ ਜ਼ਿਕਰ ਕਰਕੇ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੀ ਧਰਤੀ ਜਿਹੜੀ ਸੀ ਉਹ ਜਿੱਤ ਲਈ ਤੇ ਜਗਤ ਸਬਾਇਆ। ਸਾਰਾ ਜਗਤ ਜਿਹੜਾ ਸੀ ਇਹਨੂੰ ਜਿੱਤ ਕੇ ਸ਼ਬਦ ਦਾ ਚੇਲਾ ਕਰ ਦਿੱਤਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਤੇ ਆਪਣੇ ਨਾਲ, ਆਪਣੇ ਸਰੀਰ ਦੇ ਨਾਲ ਕਿਸੇ ਨੂੰ ਨਹੀਂ ਜੋੜਿਆ। ਇੱਥੋਂ ਤੱਕ ਕਿਹਾ ਸਕੋ ਕਿ ਭਾਈ ਇਹ ਸਰੀਰ ਤਾਂ ਆਉਣੇ ਜਾਣੇ ਰਹਿਣੇ ਨੇ, ਆ ਸਾਡਾ ਸਰੀਰ ਹੈ, ਇਹਦਾ ਕੋਈ ਪਤਾ ਨਹੀਂ ਨੇ ਕਿਸ ਦਿਨ ਵਿਨਸਣਾ ਹੈ। ਉਸ ਤੋਂ ਬਾਅਦ ਅਗਲਾ ਸਰੀਰ ਜਿਹੜਾ ਹੈ ਉਹ ਇਸ ਗੁਰਤਾ ਗੱਦੀ 'ਤੇ ਟਿਕੇਗਾ। ਸੋ ਸਰੀਰਾਂ ਦੇ ਨਾਲ ਨਹੀਂ ਜੋੜਿਆ, ਉਸ ਸ਼ਬਦ ਗੁਰੂ ਸੁਰਤ ਧੁਨ ਚੇਲਾ ਨਾਲ ਜੋੜਿਆ, ਜਿਹੜਾ ਸ਼ਬਦ ਆਦਿ ਤੋਂ ਹੈ ਸ੍ਰਿਸ਼ਟੀ 'ਤੇ, ਅੱਜ ਵੀ ਹੈ ਸ੍ਰਿਸ਼ਟੀ 'ਤੇ,
ਤੇ ਅੰਤ ਪ੍ਰਯੰਤ ਤੱਕ ਇਸ ਸ੍ਰਿਸ਼ਟੀ ਦੇ ਵਿੱਚ ਜਿਸ ਸ਼ਬਦ ਨੇ ਟਿਕਣਾ ਹੈ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੀਤੀ ਧਰਤੀ ਜਗਤ ਸਬਾਇਆ, ਸਾਰਾ ਜਗਤ ਜਿਹੜਾ ਸੀ ਇਹਨੂੰ ਸਤਨਾਮ ਦਾ, ਗੁਰੂ ਕੇ ਸ਼ਬਦ ਦਾ ਚੇਲਾ ਕਰ ਲਿਆ ਹੈ। ਜੀਤੀ ਨੌਖੰਡ ਮੇਦਨੀ, ਸਤਨਾਮ ਦਾ ਚੱਕਰ ਫਿਰਾਇਆ। ਗੁਰੂ ਨਾਨਕ ਪਾਤਸ਼ਾਹ ਨੇ 9 ਖੰਡਾਂ ਤੱਕ ਇਹ ਧਰਤੀ ਜਿਹੜੀ ਸੀ ਜੀਤੀ, ਇਹਨੂੰ ਜਿੱਤ ਲਿਆ। ਜਦੋਂ 9 ਖੰਡਾਂ ਤੱਕ ਜਿੱਤਿਆ ਤੇ ਸਾਰੇ ਪਾਸੇ ਗੁਰੂ ਨਾਨਕ ਨੇ ਸਤਨਾਮ ਦਾ ਡੰਕਾ, ਸਤਨਾਮ ਦਾ ਹੁੱਕਾ ਦਿੱਤਾ। ਸਤਨਾਮ ਦਾ ਚੱਕਰ ਜਿਹੜਾ ਸੀ ਉਹ ਸਾਰੇ ਜਗਤ ਦੇ ਵਿੱਚ ਫੈਲ ਗਿਆ। ਇੰਝ ਗੁਰੂ ਨਾਨਕ ਨੇ ਸਤਨਾਮ ਦਾ ਪ੍ਰਚਾਰ, ਸਤ ਕਰਤਾਰ ਦਾ ਪ੍ਰਚਾਰ ਜਿਹੜਾ ਉਹ ਸਾਰੀ ਧਰਤੀ 9 ਖੰਡਾਂ ਬ੍ਰਹਮੰਡਾਂ ਦੇ ਵਿੱਚ ਸਾਹਿਬ ਨੇ ਇਹ ਕਰ ਦਿੱਤਾ ਹੈ। ਦੇਵ ਦਾਨੋ ਰਾਕਸ ਦੈਤ ਲਖ, ਦੇਵ ਦਾਨੋ ਦਾਤਤ ਦੇਵ ਦਾਨੋ ਰਾਕਸ਼ ਦੈਤ ਸਭ, ਚਿੱਤਰਗੁਪਤ ਸਭ ਚਰਨੀ ਲਾਇਆ। ਇੰਝ ਗੁਰੂ ਨਾਨਕ ਪਾਤਸ਼ਾਹ ਨੇ ਦੇਵ ਦੇਵਤੇ, ਫਿਰ ਦਾਨਵ ਦਨੂ ਦੇ ਪੁੱਤਰ, ਫਿਰ ਵੱਡੇ ਵੱਡੇ ਰਾਖਸ਼ ਜਿਹੜੇ ਸਨ, ਫਿਰ ਦੈਂਤ ਜਿਹੜੇ ਸਨ, ਇਹਨਾਂ ਸਾਰਿਆਂ ਨੂੰ ਚਿੱਤਰਗੁਪਤ ਦੇ ਸਮੇਤ ਇਹ ਸਾਰੇ ਗੁਰੂ ਨਾਨਕ ਗੁਰੂ ਬਾਬਾ ਨੇ ਆਪਣੇ ਚਰਨੀ ਲਾ ਲਏ। ਜਿੱਧਰ ਨੂੰ ਗਏ, ਅਗਾਂਹ ਵੀ ਆਪਾਂ ਪੜਾਂਗੇ, ਕਦੀ ਬਹੁਤ ਵੱਡੇ ਵੱਡੇ ਲੋਕ, ਜਾਦੂ, ਕਾਲੇ ਜਾਦੂ ਦੇ ਮਾਹਰ ਜਿਹੜੇ ਸਨ, ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ 'ਤੇ ਆਏ, ਉਹਨਾਂ ਦਾ ਛੁਟਕਾਰਾ ਹੋ ਜਾਂਦਾ ਸੀ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਗੁਰ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਲਾ ਦਿੱਤਾ। ਇੰਦਰ ਆਸਣ ਅਪਛਰਾ, ਰਾਗ ਰਾਗਨੀ ਮੰਗਲ ਗਾਇਆ। ਜੋ ਇੰਦਰ ਰਾਜ ਹੈ, ਇੰਦਰ ਰਾਜਾ ਹੈ, ਤੇ ਫਿਰ ਇੰਦਰ ਆਸਣ, ਉਹਦਾ ਜਿਹੜਾ ਆਸਣ ਹੈ, ਉਹਦੇ ਆਸਣ ਦੇ ਸਾਹਮਣੇ, ਜਿਵੇਂ ਪਿੱਛੇ ਵੀ ਆਪਾਂ ਸਰਵਣ ਕੀਤਾ, ਉਹਦੀਆਂ ਅਪਛਰਾ ਨੇ, ਫਿਰ ਉਹਦੇ ਰਾਗੀ ਗੰਧਰਵ ਆਦਿਕ ਜਿਹੜੇ ਹਨ, ਉਹਦੇ ਸੋਹਲੇ ਗਾਉਣ ਵਾਲੇ, ਉਹ ਸਾਰੇ ਜਿਹੜੇ ਸਨ ਉਹ ਵੀ ਉਸ ਇੰਦਰ ਦੇ ਆਸਣ ਦੇ ਸਾਹਮਣੇ ਉਹਦੀਆਂ ਅਪਛਰਾ ਵੀ ਜਦੋਂ ਉਸਤਤੀ ਕਰਦੀਆਂ, ਤੇ ਉਹਨਾਂ ਰਾਗ ਤੇ ਰਾਗਨੀਆਂ ਨੇ ਵੀ, ਜੋ ਰਾਗ ਰਾਗਣੀਆਂ ਉਹਦੇ ਦਰਬਾਰ ਦੀ ਸ਼ੋਭਾ ਨੇ, ਉਹਨਾਂ ਨੇ ਵੀ ਗੁਰੂ ਨਾਨਕ ਦੇਵ ਦੇ ਮੰਗਲਾਂ ਦੀ ਧੁਨੀ ਕੀਤੀ। ਭਾਵ ਇਸ ਧਰਤੀ 'ਤੇ ਵੀ ਗੁਰੂ ਨਾਨਕ ਦੀ ਜੈ ਜੈਕਾਰ, ਤੇ ਉਸ ਬ੍ਰਹਿਮੰਡ ਤੱਕ, ਇੰਦਰਪੁਰੀ ਤੱਕ, ਉੱਥੋਂ ਰਹਿਣ ਵਾਲੀਆਂ ਜਿਹੜੀਆਂ ਪਰੀਆਂ ਇਸਤਰੀਆਂ ਨੇ, ਉਹਨਾਂ ਨੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੰਗਲਾਂ ਦੀ ਧੁਨੀ ਕੀਤੀ ਹੈ। ਭਇਆ ਆਨੰਦ ਜਗਤ ਵਿੱਚ, ਕਲ ਤਾਰਨ ਗੁਰੂ ਨਾਨਕ ਆਇਆ। ਸੋ ਸਾਰੇ ਜਗਤ ਦੇ ਵਿੱਚ ਆਨੰਦ ਹੀ ਆਨੰਦ ਵਰਤ ਗਿਆ। ਭਾਵ ਮੰਗਲਾਚਾਰ ਹੋਏ, ਖੁਸ਼ੀਆਂ ਹੋਈਆਂ ਸਾਰੇ ਜਗਤ ਵਿੱਚ। ਅੱਜ ਜਦੋਂ ਵਾਪਿਸ ਸੁਲਤਾਨਪੁਰ ਸਾਹਿਬ ਨੂੰ ਪਹੁੰਚਦੇ ਨੇ, ਤਾਂ ਸਾਰੇ ਸੁਲਤਾਨਪੁਰ ਦੀ ਨਗਰੀ ਦੇ ਲੋਕ ਜਿਹੜੇ ਨੇ, ਉਹ ਸਾਰੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇੰਝ ਨਮਸਕਾਰਾਂ ਕਰਦੇ। ਸੋ ਪਹਿਲੀ ਉਦਾਸੀ ਦੀ ਸੰਪੂਰਨਤਾ ਕਰਕੇ ਸੁਲਤਾਨਪੁਰ ਗਏ। ਇੰਝ 4 ਉਦਾਸੀਆਂ ਮੇਰੇ ਸਾਹਿਬ ਨੇ ਕੀਤੀਆਂ। ਜਿੱਧਰ ਨੂੰ ਵੀ ਗਏ ਨੇ, ਭਾਵਰਥ ਭਾਈ ਗੁਰਦਾਸ ਜੀ ਦਾ ਇਹੀ ਹੈ ਕਿ ਭਇਆ ਆਨੰਦ ਜਗਤ ਵਿੱਚ। ਕਿਸੇ ਇੱਕ ਸ਼ਹਿਰ ਦਾ ਨਾਂ ਨਹੀਂ, ਕਿਸੇ ਇੱਕ ਪਿੰਡ ਦਾ ਨਾਂ ਨਹੀਂ, ਸਾਰੇ ਜਗਤ ਦੇ ਵਿੱਚ ਆਨੰਦ ਹੋਇਆ। ਤੇ ਲੋਕ ਕੀ ਕਹਿੰਦੇ ਨੇ, ਪਿਆਰ ਵਿੱਚ ਆ ਕੇ ਉੱਚੀ ਉੱਚੀ ਇੱਕ ਦੂਜੇ ਨੂੰ ਸੁਣਾ ਕੇ ਕਹਿੰਦੇ, ਭਾਈ ਕਲ ਤਾਰਨ ਗੁਰੂ ਨਾਨਕ ਆਇਆ। ਕਲਯੁੱਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਇਸ ਕਲਯੁੱਗ ਦੇ ਜਹਾਜ਼ ਬਣ ਕੇ ਆਏ ਹਨ। ਹਿੰਦੂ ਮੁਸਲਮਾਨ ਨੇ ਵਾਇਆ। ਇਸ ਤਰ੍ਹਾਂ ਹਿੰਦੂ ਅਤੇ ਮੁਸਲਮਾਨ ਸਾਰੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅੱਗੇ ਨਿਭ ਗਏ ਹਨ, ਜਾਂ ਨਿਭਾ ਦਿੱਤੇ ਗਏ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਿੰਦੂ ਤੇ ਮੁਸਲਮਾਨ ਨੂੰ ਨਿਭਾਇਆ ਦਾ ਭਾਵ ਇਹ ਨਹੀਂ ਉਹਨਾਂ ਨੂੰ ਨੀਵੇਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਸ ਕਰਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਨਿਭਾ ਦਿੱਤਾ ਉਹਨਾਂ ਨੂੰ, ਜਿਹੜੇ ਆਪਣੇ ਕੇਵਲ ਅਹਮ ਭਾਵ ਵਿੱਚ ਜਿਉਂਦੇ ਸੀ, ਆਪਣੇ ਧਰਮਾਂ ਦੇ ਹੰਕਾਰ ਵਿੱਚ ਜਿਉਂਦੇ ਸੀ। ਇੰਨੀ ਕੁ ਨਿਮਰਤਾ ਉਹਨਾਂ ਵਿੱਚ ਭਰ ਦਿੱਤੀ, ਉਹ ਕਰਤੇ ਅਕਾਲ ਪੁਰਖ ਦੇ ਅੰਦਰ ਵੀ ਨਿਭ ਗਏ। ਫਿਰ ਇੰਨੀ ਸਾਂਝ ਬਣ ਗਈ ਕਿ ਆਪਸ ਦੇ ਵਿੱਚ ਦੋਨੋਂ ਜਿਹੜੇ ਸਨ ਉਹ ਭਰਾ ਭਰਾ ਹੋ ਕਰਕੇ ਰਹਿਣ ਲੱਗੇ। ਸੋ ਇਸ ਤਰ੍ਹਾਂ ਇਸ ਪਾਵਨ 37ਵੀਂ ਪੌੜੀ ਦੇ ਅੰਦਰ ਭਾਈ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਗਦਾਦ, ਮੱਕਾ, ਮਦੀਨਾ, ਸਿੱਧਾਂ ਦੀਆਂ ਮੰਡਲੀਆਂ, ਇਹ ਸਾਰਾ ਕੁਛ ਜਿਹੜਾ ਸੀ ਜਿੱਤ ਕੇ ਉਹਨਾਂ ਦੇ ਪਾਖੰਡ ਨੂੰ ਤਾਰ ਕਰ ਦਿੱਤਾ। ਉਹਨਾਂ ਦੇ ਪਾਖੰਡ ਜਿਹੜੇ ਸੀ ਉਹਨਾਂ ਨੂੰ ਖਤਮ ਕੀਤਾ। ਸਾਰੇ 9 ਖੰਡਾਂ ਦੇ ਅੰਦਰ, ਬ੍ਰਹਮੰਡਾਂ ਅੰਦਰ ਸਤਨਾਮ ਦਾ ਚੱਕਰ ਫੇਰਿਆ।
ਦੇਵ ਦਾਨਵ ਰਾਖਸ਼ ਦੈਂਤੇ ਸਾਰੇ ਜਿਹੜੇ ਸਨ ਇਹਨਾਂ ਨੂੰ ਕਰਤੇ ਦੇ ਨਾਮ ਨਾਲ ਜੋੜਿਆ ਹੈ। ਤੋ ਅਪਸ਼ਰਾ ਨੇ ਵੀ ਇਸ ਗੱਲ ਦੀ ਖੁਸ਼ੀ ਕੀਤੀ ਕਿ ਜਗਤ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਰੱਬੀ ਅਵਤਾਰ ਪਰਮੇਸ਼ਰ ਅਵਤਾਰ ਹੋ ਕਰਕੇ ਨਿਬੜਿਆ ਹੈ। ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਰੇ ਪਾਸੇ ਭੁੱਲੀ ਭਟਕੀ ਹੋਈ ਲੋਕਾਈ ਸ਼ਰਾਪੇ ਹੋਏ ਲੋਕ ਜਿਹੜੇ ਸਨ ਉਹਨਾਂ ਸਾਰਿਆਂ ਨੂੰ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੋੜ ਦਿੱਤਾ। ਤੇ ਇਹ ਹੀ ਦੱਸਿਆ ਇਹਨਾਂ ਛੇ ਤੁਕਾਂ ਦੇ ਅੰਦਰ ਕਿ ਕਰਤਾ ਅਕਾਲ ਪੁਰਖ ਪਰਮੇਸ਼ਰ ਇੱਕ ਹੈ, ਉਹਦੇ ਨਾਲ ਜੁੜਨਾ ਕਰੋ। ਫਿਰ ਅੱਗੇ 7ਵੀਂ ਪੌੜੀ ਦੇ ਅੰਦਰ ਸਾਹਿਬ ਨੇ ਦੱਸਿਆ ਦ੍ਰਿਸ਼ ਅਤੇ ਅਦ੍ਰਿਸ਼, ਇਹ ਜਗਤ ਦੇ ਵਿੱਚ ਸਾਰੇ ਪਾਸੇ ਖੁਸ਼ੀ ਹੋ ਗਈ ਹੈ। ਸੋ ਇੰਜ ਗੁਰੂ ਨਾਨਕ ਪਾਤਸ਼ਾਹ ਇਹ ਪਾਵਨ ਸਿਧਾਂਤ ਲੈ ਕਰਕੇ ਤੁਰੇ ਤੇ ਗੁਰੂ ਨਾਨਕ ਪਾਤਸ਼ਾਹ ਨੇ 4 ਉਦਾਸੀਆਂ ਕੀਤੀਆਂ। ਚਾਰਾਂ ਉਦਾਸੀਆਂ ਦੇ ਮੁੱਖ ਵਿਚਾਰ ਜਿਹੜੇ ਸਨ ਮੱਕੇ ਦਾ, ਬਗਦਾਦ ਦਾ ਜਾਂ ਹਿੰਦੂ ਤੀਰਥਾਂ ਦਾ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਹਨਾਂ ਜਿਹੜੇ ਸੰਵਾਦ ਉਹਨਾਂ ਲੋਕਾਂ ਨਾਲ ਹੋਏ ਮੁੱਖ ਰੂਪ ਅੰਦਰ ਉਹਨਾਂ ਨੂੰ ਇਹਨਾਂ ਪੌੜੀਆਂ ਦੇ ਅੰਦਰ ਰੱਖਿਆ ਹੈ। ਕਿਉਂਕਿ ਇਸ ਤੋਂ ਅੱਗੇ ਫਿਰ ਗੁਰੂ ਨਾਨਕ ਪਾਤਸ਼ਾਹ ਜਦੋਂ ਕਰਤਾਰਪੁਰ ਸਾਹਿਬ ਆ ਗਏ ਤੇ ਕਰਤਾਰਪੁਰ ਸਾਹਿਬ ਬਹਿ ਕੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਕੀਤਾ, ਕਿਵੇਂ ਉਪਦੇਸ਼ ਬਖਸ਼ਿਸ਼ ਕੀਤਾ, ਉਹ ਆਪਾਂ ਗੁਰੂ ਕਿਰਪਾ ਦੇ ਨਾਲ ਕੱਲ੍ਹ ਨੂੰ ਸਰਵਣ ਕਰਾਂਗੇ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਾਹਿਬ ਜੀ ਸਮਤ ਦੀ ਦਾਤ ਬਖਸ਼ ਕੇ ਨਿਵਾਜਣਾ ਕਰਨਾ ਭਇਆ ਆਨੰਦ ਜਗਤ ਵਿੱਚ। ਕਲ ਤਾਰਨ ਗੁਰੂ ਨਾਨਕ ਆਇਆ, ਹਿੰਦੂ ਮੁਸਲਮਾਨ ਨਿਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।